ਅੱਛਾ ਜੀ, ਬੱਕਰਿਆਂ ਨੂੰ ਇਸ ਮੌਸਮ ਦੇ ਵਿੱਚ ਦਾਣੇ ਕਿਸ ਤਰੀਕੇ ਨਾਲ ਪਾਣੇ ਚਾਹੀਦੇ ਨੇ ਜਿਹੜੇ ਕਿ ਜਾਨਵਰ ਬਿਮਾਰ ਵੀ ਨਾ ਹੋਣ ਤੇ ਸਿਹਤਮੰਦ ਹੋਣ। ਅਸਲਾਮ ਵਾਲੇਕਮ ਜੀ, ਸਾਰੇ ਭਰਾਵਾਂ ਦਾ ਮੇਰੇ ਚੈਨਲ ਤੇ ਵੈਲਕਮ ਹੋ ਗਿਆ। ਸ਼ੁਕਰੀਆ ਅਦਾ ਕਰਨਾ ਸਾਰੇ ਭਰਾਵਾਂ ਦਾ। ਤੇ ਅੱਜ ਵਾਲੀ ਵੀਡੀਓ ਵੀ ਤੁਹਾਡੇ ਵਾਸਤੇ ਬੜੀ ਮਜ਼ੇ ਵਾਲੀ ਤੇ ਬੜੀ ਫਾਇਦੇ ਵਾਲੀ। ਤੇ ਅੱਜ ਮੈਂ ਤੁਹਾਨੂੰ ਇਸ ਵੀਡੀਓ 'ਚ ਇਹ ਦੱਸਣਾ ਚਾਹੁੰਦਾ ਕਿ ਆ ਜਿਹੜੇ ਭਰਾ ਸ਼ੌਕੀਨ ਨੇ ਜਿਨ੍ਹਾਂ ਨੇ ਕੁਰਬਾਨੀ ਦੇ ਬੱਕਰੇ ਰੱਖੇ ਨੇ ਤੇ ਉਹਨਾਂ ਨੂੰ ਖੁਰਾਕ ਖਵਾਉਂਦੇ ਨੇ ਤੇ ਖਾਸ ਤੌਰ ਕਣਕ ਦੇ ਦਾਣੇ ਪਾਉਂਦੇ ਨੇ, ਉਹ ਮੈਂ ਦੱਸਾਂਗਾ ਤੁਹਾਨੂੰ ਕਿ ਉਹ ਕਿਸ ਤਰੀਕੇ ਨਾਲ ਪਾਉਣੇ ਚਾਹੀਦੇ ਨੇ ਕਿ ਤੁਹਾਡੇ ਜਾਨਵਰ ਬਿਮਾਰ ਵੀ ਨਾ ਹੋਣ ਤੇ ਜਾਨਵਰ ਤੁਹਾਡੇ ਸਿਹਤਮੰਦ ਹੋ ਜਾਣ। ਅਕਸਰ ਲੋਕ ਪਾਉਂਦੇ ਨੇ ਤੇ ਜਾਨਵਰ ਜਿਹੜੇ ਨੇ ਉਹ ਬਿਮਾਰ ਹੋ ਜਾਂਦੇ ਨੇ ਤੇ ਫਿਰ ਬੜਾ ਮਸਲਾ ਬਣਦਾ, ਪਰੇਸ਼ਾਨੀ ਬਣਦੀ ਹੈ। ਤੇ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਦੇ ਵਿੱਚ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਾਂਗਾ ਤੇ ਇਨਸ਼ਾਅੱਲਾ ਤੁਹਾਨੂੰ ਬੜਾ ਫਾਇਦਾ ਹੋਏਗਾ। ਸ਼ਰਤ ਹੈ ਕਿ ਵੀਡੀਓ ਪੂਰੀ ਵੇਖਣੀ ਹੈ। ਅਗਰ ਵੀਡੀਓ ਚੰਗੀ ਲੱਗੇ ਤਾਂ ਫਿਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਮੇਰੇ ਚੈਨਲ ਨੂੰ। ਅੱਗੇ ਵੀ ਭਰਾ ਬੜੀ ਸਪੋਰਟ ਕਰਨ ਡੇ ਨੇ ਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਜੀ। ਅੱਛਾ ਜੀ, ਆ ਜਿਹੜੇ ਮੇਰੇ ਭਰਾ ਨਵੇਂ ਨੇ ਜਿਨ੍ਹਾਂ ਨੇ ਆ ਬੱਕਰਿਆਂ ਦਾ ਕੰਮ ਸ਼ੁਰੂ ਕੀਤਾ, ਆ ਕੁਰਬਾਨੀ ਵਾਸਤੇ ਬੱਕਰੇ ਪਾਲਣ ਡੇ ਨੇ, ਉਹ ਇਸ ਟਾਈਮ ਬੜੇ ਪਰੇਸ਼ਾਨ ਨੇ ਕਿ ਅਸੀਂ ਜਾਨਵਰਾਂ ਨੂੰ ਕਣਕ ਦੇ ਦਾਣੇ ਪਾਉਂਦੇ ਹਾਂ। ਜ਼ਿਆਦਾਤਰ ਲੋਕ ਕਣਕ ਦੇ ਦਾਣੇ ਪਾਉਂਦੇ ਨੇ ਕਿਉਂਕਿ ਉਹ ਤਾਕਤ ਵਾਲੇ ਹੁੰਦੇ ਨੇ। ਵੀ ਸਾਡੇ ਜਾਨਵਰ ਬਿਮਾਰ ਹੋਣ ਡੇ ਨੇ, ਮੋਟੇ ਨਹੀਂ ਹੁੰਦੇ ਪਏ। ਤੇ ਅੱਜ ਇਹ ਤੁਹਾਨੂੰ ਮੈਂ ਦੱਸਾਂਗਾ ਕਿ ਤੁਸੀਂ ਕਣਕ ਦੇ ਦਾਣੇ ਹੀ ਪਾਓ, ਲੇਕਿਨ ਮੁਖਤਲਿਫ ਤਰੀਕੇ ਨਾਲ ਪਾਓ। ਇਨਸ਼ਾਅੱਲਾ ਤੁਹਾਡੇ ਜਾਨਵਰ ਜਿਹੜੇ ਨੇ ਨਾ ਉਹ ਬਿਲਕੁਲ ਸਿਹਤਮੰਦ ਤੇ ਤੰਦਰੁਸਤ ਹੋਣਗੇ, ਤੁਹਾਡੀ ਪਰੇਸ਼ਾਨੀ ਖਤਮ ਹੋ ਜਾਏਗੀ। ਇਨਸ਼ਾਅੱਲਾ ਤੁਹਾਨੂੰ ਬੜਾ ਮੁਨਾਫਾ ਹਾਸਲ ਹੋਏਗਾ, ਬੜਾ ਫਾਇਦਾ ਹੋਏਗਾ। ਤੇ ਜਨਾਬ ਸਭ ਤੋਂ ਪਹਿਲਾਂ ਤੁਸੀਂ ਇਹ ਕਰਨਾ ਹੈ ਕਿ ਆ ਜਿਹੜੇ ਲੋਕ ਨੇ ਨਾ, ਇਹ ਆ ਨਵੇਂ ਫਾਰਮਰ ਜਿਹੜੇ ਨੇ, ਨਵੀਂ ਗੋਟ ਫਾਰਮਿੰਗ ਕਰ ਰਹੇ ਨੇ ਤੇ ਫਸਟ ਟਾਈਮ ਕਰ ਰਹੇ ਨੇ ਜਾਂ ਕੋਈ ਪੁਰਾਣੇ ਵੀ ਨੇ, ਲੇਕਿਨ ਤੁਸੀਂ ਇਹ ਜਿਹੜੇ ਕਣਕ ਦੇ ਦਾਣੇ ਪਾਣੇ ਨੇ ਨਾ ਬੱਕਰਿਆਂ ਨੂੰ, ਕੁਰਬਾਨੀ ਵਾਲੇ ਨੂੰ, ਵੀ ਵੇਟ ਵਾਸਤੇ ਲੋਕ ਪਾਉਂਦੇ ਨੇ ਖੁਰਾਕਾਂ, ਵੀ ਵੇਟ ਕਰਨ, ਜਾਨਵਰ ਵੇਟ ਕਰੇ ਔਰ ਮਹਿੰਗਾ ਵਿਕੇ। ਜਿੰਨੇ ਵੀ ਗੋਟ ਫਾਰਮਰ ਨੇ ਉਹਨਾਂ ਦਾ ਇਹੀ ਮਕਸਦ ਕਿ ਸਾਡਾ ਜਾਨਵਰ ਗਰੋਥ ਕਰੇ, ਵੇਟ ਕਰੇ ਤੇ ਮਹਿੰਗਾ ਵਿਕੇ ਤੇ ਸਾਨੂੰ ਫਾਇਦਾ ਹੋਵੇ। ਮੈਂ ਤੁਹਾਨੂੰ ਇਹ ਦੱਸਾਂਗਾ ਤੇ ਤੁਸੀਂ ਜਿਹੜੀ ਗੰਦਮ ਹੈ ਨਾ, ਅਕਸਰ ਲੋਕ ਐਵੇਂ ਹੀ ਪਾ ਦਿੰਦੇ ਨੇ। 2 ਕਿਲੋ ਪਾਈ ਤੇ ਬੱਕਰਿਆਂ ਤੇ ਅੱਗੇ ਰੱਖ ਦਿੱਤੀ, ਬੱਕਰੇ ਦੇ ਅੱਗੇ ਰੱਖਤੀ, ਉਹ ਸਾਰੀ ਖਾ ਗਿਆ ਤੇ ਜਾਨਵਰ ਫਿਰ ਪਿਆਸ ਲੱਗਦੀ ਤੇ ਫਿਰ ਪਾਣੀ ਪੀਂਦਾ ਤੇ ਮਿਹਦਾ ਉਹਦਾ ਡਿਸਟਰਬ ਹੋ ਜਾਂਦਾ। ਫਿਰ ਜਨਾਬ ਮੋਸ਼ਨ ਲੱਗ ਜਾਂਦੇ ਨੇ, ਉਹ ਮੋਟਾ ਹੋਣ ਦੀ ਬਜਾਏ ਅੱਗੇ ਨਾਲ ਵੀ ਅੱਧਾ ਹੋ ਜਾਂਦਾ। ਤੇ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਤੁਸੀਂ ਕਣਕ ਨੂੰ ਭੇਣਾ, ਅੱਧਾ ਕਿਲੋ ਕਣਕ ਨੂੰ ਭੇ ਕੇ ਰੱਖ ਲੈਣਾ ਫੀ ਬੱਕਰੇ ਵਾਸਤੇ। ਮਤਲਬ ਕਿ ਤੁਸੀਂ ਸਵੇਰ ਭੇਣੀ ਤੇ ਸ਼ਾਮ ਤੱਕ ਉਹਨੂੰ ਭਿੱਜੀ ਰਹਿਣ ਦੇਣਾ। ਅੱਧਾ ਕਿਲੋ ਫੀ ਬੱਕਰੇ ਦੇ ਹਿਸਾਬ ਨਾਲ ਤੁਸੀਂ ਭੇ ਦੇਣੀ ਹੈ ਕਣਕ, ਜਿੰਨੇ ਤੁਹਾਡੇ ਬੱਕਰੇ ਨੇ ਉਸ ਹਿਸਾਬ ਨਾਲ ਤੁਸੀਂ ਭੇ ਕੇ ਰੱਖ ਦੇਣੀ। ਸ਼ਾਮ ਤੱਕ ਉਹ ਦਾਣੇ ਫੁੱਲ ਜਾਣਗੇ ਤੇ ਫਿਰ ਤੁਸੀਂ ਜਿਹੜਾ ਨਾ ਫੀ ਬੱਕਰੇ ਨੂੰ ਉਹ ਪਾ ਦੇਣੇ ਨੇ। ਤੇ ਇਨਸ਼ਾਅੱਲਾ ਤੁਹਾਡੇ ਜਿਹੜੇ ਬੱਕਰੇ ਨੇ ਨਾ ਬਿਮਾਰ ਨਹੀਂ ਹੋਣਗੇ, ਹਜ਼ਮ ਕਰਨਗੇ ਦਾਣੇ ਤੇ ਗਰੋਥ ਵੀ ਕਰਨਗੇ, ਮੋਟੇ ਵੀ ਹੋ ਜਾਣਗੇ। ਉਹਨਾਂ ਨੂੰ ਮੋਸ਼ਨ ਵੀ ਨਹੀਂ ਲੱਗਣਗੇ, ਉਹਨਾਂ ਦਾ ਮਿਹਦਾ ਡਿਸਟਰਬ ਵੀ ਨਹੀਂ ਹੋਏਗਾ। ਇਹ ਹੈ ਜੀ ਸਭ ਤੋਂ ਬੈਸਟ ਤਰੀਕਾ ਬੱਕਰਿਆਂ ਨੂੰ ਦਾਣੇ ਪਾਉਣ ਦਾ। ਹੋਰ ਵੀ ਮੁਖਤਲਿਫ ਤਰੀਕੇ ਹੈ ਨੇ, ਲੇਕਿਨ ਸਭ ਤੋਂ ਬਿਹਤਰੀਨ ਤਰੀਕਾ ਇਹ ਹੈ। ਫਿਰ ਕੁਛ ਲੋਕ ਹੁੰਦੇ ਨੇ ਉਹ ਦਾਣੇ ਜਿਹੜੇ ਨੇ ਨਾ ਉਹ ਉਹਨਾਂ ਦਾ ਦਲੀਆ ਕਰਵਾ ਲੈਂਦੇ ਨੇ, ਉਹ ਵੀ ਬਿਹਤਰੀਨ ਤਰੀਕਾ ਹੈ। ਤੁਸੀਂ ਦਾਣਿਆਂ ਦਾ ਦਲੀਆ ਕਰਵਾਓ, ਉਹਨਾਂ ਨੂੰ ਭੇ ਕੇ ਉਹ ਦਲੀਏ ਨੂੰ ਤੇ ਤੁਸੀਂ ਹਲਕੀ ਜਿਹੀ ਤੂੜੀ ਦੇ ਉੱਤੇ ਜਿਹੜਾ ਨਾ ਉਹਨੂੰ ਪਾ ਦਿਓ ਤੇ ਉਹ ਬੱਕਰੇ ਤੂੜੀ ਦੇ ਦਾਣੇ ਖਾ ਜਾਣਗੇ ਤੇ ਪਾਣੀ ਸ਼ਾਣੀ ਪੀ ਕੇ ਇਨਸ਼ਾਅੱਲਾ ਉਹ ਪੇਟ ਭਰ ਜਾਏਗਾ ਉਹਨਾਂ ਦਾ। ਤੇ ਇਸ ਤਰ੍ਹਾਂ ਵੀ ਉਹਨਾਂ ਦਾ ਮਿਹਦਾ ਡਿਸਟਰਬ ਨਹੀਂ ਹੋਏਗਾ। ਇਹ 2 ਤਰੀਕੇ ਨੇ ਜੀ। ਤੇ ਇਹ ਜੀ ਅੱਜ ਦੀ ਗੱਲਬਾਤ ਹੈ ਤੇ ਇਨਸ਼ਾਅੱਲਾ ਫਿਰ ਇੱਕ ਅੱਛੀ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਣਾ ਜੀ। ਅੱਲਾ ਹਾਫਿਜ਼।